हाँ जी ट्रेनीज़। मैं गुरप्रीत सिंह RAC इंस्ट्रक्टर गौरमेंट ITI बठिंडा। ਅੱਜ ਅਸੀਂ जिस टॉपिक ਦੇ ਰਿਗਾਰਡਿੰਗ ਗੱਲ ਕਰਾਂਗੇ ਉਹ ਸਾਡੇ RAC ITI ਦੇ ਸੈਕੰਡ ਈਅਰ ਦੇ ਸਿਲੇਬਸ ਵਿੱਚੋਂ ਸੈਂਟਰਲ 에ਅਰ ਕੰਡੀਸ਼ਨਿੰਗ। ਸੈਂਟਰਲ 에ਅਰ ਕੰਡੀਸ਼ਨਿੰਗ ਕੀ ਹੁੰਦੀ ਹੈ, ਸੈਂਟਰਲ 에ਅਰ ਕੰਡੀਸ਼ਨਿੰਗ ਦੀਆਂ ਕਿਸਮਾਂ ਤੇ ਉਸ ਦੇ ਸਾਨੂੰ ਕੀ ਲਾਭ ਨੇ, ਕੀ ਸਾਨੂੰ ਉਹਦੀਆਂ ਡਿਸਐਡਵਾਂਟੇਜ ਨੇ, ਉਹਦੇ ਰਿਗਾਰਡਿੰਗ ਅਸੀਂ ਅੱਜ ਦੇ ਲੈਕਚਰ 'ਚ ਗੱਲ ਕਰਾਂਗੇ। ਸੈਂਟਰਲ 에ਅਰ ਕੰਡੀਸ਼ਨਿੰਗ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ 에ਅਰ ਕੰਡੀਸ਼ਨਿੰਗ ਦੀ ਜੇ ਗੱਲ ਕਰੀਏ ਤਾਂ ਜੋ 에ਅਰ ਕੰਡੀਸ਼ਨਿੰਗ ਹੈ ਉਹ ਇੱਕ ਇਹੋ ਜਿਹਾ ਪ੍ਰੋਸੈਸ ਹੈ ਜਿਹਦੇ ਦੁਆਰਾ ਅਸੀਂ ਹਵਾ ਦੇ ਗੁਣਾਂ ਦੇ ਵਿੱਚ ਤਬਦੀਲੀ ਕਰਦੇ ਹਾਂ ਜੋ ਕਿ ਸਾਡੇ ਫੇਵਰੇਬਲ ਕੰਡੀਸ਼ਨਸ ਵਾਸਤੇ ਜ਼ਰੂਰੀ ਨੇ। ਹਵਾ ਦੇ ਗੁਣ ਕਿਹੜੇ ਕਿਹੜੇ ਹੋ ਸਕਦੇ ਆ ਜਿਹਦੇ ਵਿੱਚ ਹਵਾ ਦਾ ਤਾਪਮਾਨ, ਹਵਾ ਦੇ ਵਿੱਚ ਨਮੀ ਦੀ ਮਾਤਰਾ, ਉਹਨਾਂ ਗੁਣਾਂ ਦੇ ਵਿੱਚ ਤਬਦੀਲੀ ਕਰਕੇ ਅਸੀਂ ਆਪਦੀਆਂ ਫੇਵਰੇਬਲ ਕੰਡੀਸ਼ਨਸ ਲਈ ਉਹਨਾਂ ਦੀ ਵਰਤੋਂ ਕਰਦੇ ਹਾਂ। ਉਸ ਪ੍ਰੋਸੈਸ ਨੂੰ ਅਸੀਂ 에ਅਰ ਕੰਡੀਸ਼ਨਿੰਗ ਕਹਿੰਦੇ ਹਾਂ। 에ਅਰ ਕੰਡੀਸ਼ਨਿੰਗ ਦੀ ਜੋ ਵਰਤੋਂ ਹੈ ਉਹ ਹਿਊਮਨ ਬੀਇੰਗ ਦੇ ਕੰਫਰਟ ਵਾਸਤੇ, ਜਾਂ ਅਸੀਂ ਜੇ ਸੈਂਟਰਲ AC ਦੀ ਸਪੈਸ਼ਲ ਤੌਰ 'ਤੇ ਗੱਲ ਕਰੀਏ ਤਾਂ ਉਹ ਇੰਡਸਟਰੀਅਲ ਪ੍ਰੋਸੈਸਿਸ ਦੀਆਂ ਜੋ ਰਿਕੁਆਇਰਮੈਂਟਸ ਨੇ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ 에ਅਰ ਕੰਡੀਸ਼ਨਿੰਗ ਦੀ ਜੋ ਹੈ ਵਰਤੋਂ ਕਰਦੇ ਹਾਂ। ਹੁਣ ਗੱਲ ਇਹ ਆਉਂਦੀ ਹੈ ਵੀ 에ਅਰ ਕੰਡੀਸ਼ਨਿੰਗ ਕਰਦੀ ਕੀ ਹੈ, 에ਅਰ ਕੰਡੀਸ਼ਨਿੰਗ ਨਾਲ ਹੁੰਦਾ ਕੀ ਹੈ। ਜਿਵੇਂ ਹੁਣ ਅਸੀਂ ਹਿਊਮਨ ਕੰਫਰਟ ਦੀ ਗੱਲ ਕੀਤੀ ਤਾਂ ਹਿਊਮਨ ਕੰਫਰਟਸ ਨੂੰ ਜਾਂ ਸਾਡੇ ਇੰਡਸਟਰੀਅਲ ਪ੍ਰੋਸੈਸਿਸ ਦੇ ਵਿੱਚ ਵੱਖ-ਵੱਖ ਤੱਤ ਨੇ ਜੋ ਉਸ ਦੇ ਵਰਕ ਕਲਚਰ ਨੂੰ ਜਾਂ ਹਿਊਮਨ ਦੇ ਕੰਫਰਟ ਨੂੰ ਪ੍ਰਭਾਵਿਤ ਕਰਦੇ ਨੇ, ਜਿਹਦੇ ਵਿੱਚ ਸਾਡਾ ਹਵਾ ਦਾ ਤਾਪਮਾਨ, ਹਵਾ ਦੀ ਪਿਓਰਿਟੀ, ਹਵਾ ਦਾ ਮੋਸ਼ਨ, ਇਹ ਚੀਜ਼ਾਂ ਆਉਂਦੀਆਂ ਨੇ। ਜੇ ਹਵਾ ਦਾ ਤਾਪਮਾਨ ਪ੍ਰੋਪਰ ਨਹੀਂ ਹੋਊਗਾ ਤਾਂ ਉਹਦੇ ਨਾਲ ਅਸੀਂ ਕੰਫਰਟੇਬਲ ਫੀਲ ਨਹੀਂ ਕਰ ਸਕਦੇ, ਜਾਂ ਹਵਾ ਦੀ ਪਿਓਰਿਟੀ ਨਹੀਂ ਹੈ, ਹਵਾ ਦੇ ਵਿੱਚ ਡਸਟ ਪਾਰਟੀਕਲਸ ਮੌਜੂਦ ਨੇ, ਟੈਂਪਰੇਚਰ ਚਾਹੇ ਅਸੀਂ ਉਹਦਾ ਕੰਟਰੋਲ ਕੀਤਾ ਹੋਇਆ ਤਾਂ ਇਸੇ ਤਰ੍ਹਾਂ ਹਵਾ 에ਅਰ ਕੰਡੀਸ਼ਨਰ ਜੋ ਹੈ ਸਾਡਾ ਉਹ ਕਰਦਾ ਕੀ ਹੈ। ਜਿਵੇਂ ਤੁਸੀਂ ਫਸਟ ਪੁਆਇੰਟ ਦੇਖ ਪਾ ਰਹੇ ਹੋ, ਹਵਾ ਜੋ 에ਅਰ ਕੰਡੀਸ਼ਨਰ ਹੈ ਉਹਦੇ ਨਾਲ ਅਸੀਂ ਹਵਾ ਨੂੰ ਠੰਡਾ ਕਰ ਸਕਦੇ ਹਾਂ। 에ਅਰ ਕੰਡੀਸ਼ਨਰ ਦਾ ਮਤਲਬ ਇਕੱਲਾ ਹਵਾ ਨੂੰ ਠੰਡਾ ਕਰਨਾ ਹੀ ਨਹੀਂ, ਉਹਦੇ ਨਾਲ ਅਸੀਂ ਕੰਡੀਸ਼ਨਸ ਦੇ ਅਕੋਰਡਿੰਗ, ਸਪੋਜ਼ ਕਰੋ ਸਾਨੂੰ ਗਰਮੀ ਦੇ ਵਿੱਚ ਸਰਦੀ ਦੇ ਵਿੱਚ ਨਿੱਘੀ ਹਵਾ ਦੀ ਜ਼ਰੂਰਤ ਹੈ ਤਾਂ ਅਸੀਂ 에ਅਰ ਕੰਡੀਸ਼ਨਰ ਦੀ ਹੈਲਪ ਦੇ ਨਾਲ ਹਵਾ ਨੂੰ ਵਾਰਮ ਵੀ ਕਰ ਸਕਦੇ ਹਾਂ, ਉਹਨੂੰ ਗਰਮ ਵੀ ਕਰ ਸਕਦੇ ਹਾਂ। ਹਵਾ ਦੇ ਵਿੱਚ ਅਸੀਂ ਨਮੀ ਦੀ ਮਾਤਰਾ ਦੀ ਗੱਲ ਕਰਦੇ ਹਾਂ ਤਾਂ ਤੀਸਰੇ ਪੁਆਇੰਟ 'ਚ ਤੁਸੀਂ ਦੇਖ ਰਹੇ ਹੋ ਕਿ ਜੋ ਹਵਾ ਹੈ ਉਹਦੇ ਵਿੱਚੋਂ ਅਸੀਂ ਨਮੀ ਦੀ ਐਕਸਟਰਾ ਮਾਤਰਾ ਹੈ ਜੋ ਉਹਨੂੰ ਰਿਮੂਵ ਕਰ ਸਕਦੇ ਹਾਂ, ਜਾਂ ਅਸੀਂ ਹਵਾ ਦੇ ਵਿੱਚ ਨਮੀ ਦੀ ਮਾਤਰਾ ਘੱਟ ਹੈ ਤਾਂ ਉਸ 'ਚ ਸਾਨੂੰ ਨਮੀ ਦੀ ਮਾਤਰਾ ਐਡ ਕਰਨ ਦੀ ਜ਼ਰੂਰਤ ਹੈ ਤਾਂ ਹਿਊਮਿਸਟੈਟ ਜੋ ਅਸੀਂ ਅੱਗੇ ਜਾ ਕੇ ਡਿਸਕਸ ਕਰਾਂਗੇ ਉਹਦੇ ਨਾਲ ਅਸੀਂ ਉਹਦੇ ਵਿੱਚ ਮੋਇਸਚਰ ਐਡ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਫੈਨ, ਬਲੋਅਰਸ ਯੂਜ਼ ਕਰਦੇ ਹਾਂ, ਡਕਟ ਸਿਸਟਮ ਯੂਜ਼ ਕਰਦੇ ਹਾਂ ਜਿਹਦੇ ਨਾਲ ਅਸੀਂ ਹਵਾ ਨੂੰ ਸਰਕੂਲੇਟ ਕਰ ਸਕਦੇ ਹਾਂ। ਉਹ ਇਹਦਾ ਕੰਮ ਹੈ। ਜੇ ਸਾਡੇ ਹਵਾ ਦੀ ਸਰਕੂਲੇਸ਼ਨ ਪ੍ਰੋਪਰ ਨਹੀਂ ਹੋਊਗੀ ਤਾਂ ਵੀ ਅਸੀਂ ਅਨਕੰਫਰਟੇਬਲ ਫੀਲ ਕਰਾਂਗੇ। ਜਿਵੇਂ ਅਸੀਂ ਡਸਟ ਦੀ ਗੱਲ ਕੀਤੀ ਹੈ ਤਾਂ ਹਵਾ ਦੀ ਫਿਲਟਰੇਸ਼ਨ ਕਰਦਾ ਹੈ। ਹਵਾ ਦੇ ਵਿੱਚ ਕਿਸੇ ਤਰ੍ਹਾਂ ਦੀ ਦੁਰਗੰਧ ਹੈ ਤਾਂ ਉਸ ਦੁਰਗੰਧ ਨੂੰ ਜੋ ਹੈ ਰਿਮੂਵ ਕਰਨ ਵਾਸਤੇ ਅਸੀਂ 에ਅਰ ਕੰਡੀਸ਼ਨਰ ਦੀ ਜੋ ਵਰਤੋਂ ਕਰਦੇ ਹਾਂ। ਹੁਣ ਜੇ ਅਸੀਂ 에ਅਰ ਕੰਡੀਸ਼ਨਿੰਗ ਦੀ ਗੱਲ ਕਰੀਏ ਤਾਂ ਉਹਨੂੰ ਅਸੀਂ ਬੇਸਿਕਲੀ ਮੁੱਖ ਦੋ ਭਾਗਾਂ 'ਚ ਵੰਡ ਸਕਦੇ ਹਾਂ। ਇੱਥੇ ਇੱਕ ਤਾਂ ਅਸੀਂ ਗੱਲ ਕਰ ਲਈਏ ਸੈਂਟਰਲ AC, ਇੱਕ ਗੱਲ ਕਰ ਲਈਏ ਨੌਨ ਸੈਂਟਰਲ AC। ਨੌਨ ਸੈਂਟਰਲ AC ਜਿਵੇਂ ਤੁਸੀਂ ਆਮ ਤੌਰ 'ਤੇ ਦੇਖਿਆ ਵੀ ਵਿੰਡੋ AC ਹੈ ਜਾਂ ਸਪਲਿਟ AC ਹੈ। ਸਾਡਾ ਸਪਲਿਟ AC ਵਿੰਡੋ AC ਹੈ ਜੋ ਅਸੀਂ ਇੱਕ ਵਿੰਡੋ ਦੇ ਵਿੱਚ ਫਿੱਟ ਕਰ ਦਿੰਦੇ ਹਾਂ। ਸਪਲਿਟ ਅਸੀਂ ਉਹਨੂੰ ਦੋ ਭਾਗਾਂ ਦੇ ਵਿੱਚ ਵੰਡ ਦਿੰਦੇ ਹਾਂ, ਇੱਕ ਸਾਡਾ ਆਊਟਡੋਰ ਯੂਨਿਟ ਆ ਜਾਂਦਾ ਹੈ, ਇੱਕ ਸਾਡਾ ਇਨਡੋਰ ਯੂਨਿਟ ਆ ਜਾਂਦਾ ਹੈ। ਸਪਲਿਟ AC ਫਰਦਰ ਜੋ ਹੈ ਸਾਡਾ ਮਾਊਂਟਿੰਗ ਦੇ ਹਿਸਾਬ ਨਾਲ ਵੱਖ-ਵੱਖ ਤਰ੍ਹਾਂ ਦੇ ਹੋ ਸਕਦੇ ਹੈ। ਜਿਵੇਂ ਫਸਟ ਹੈ ਸਾਡਾ ਸੀਲਿੰਗ ਮਾਊਂਟਡ। ਜਿਵੇਂ ਤੁਸੀਂ ਵੱਖ-ਵੱਖ ਕਿਸੇ ਬੈਂਕਾਂ ਦੇ ਵਿੱਚ ਦੇਖਿਆ ਹੋਊਗਾ ਕਿ ਬੈਂਕ ਦੇ ਵਿੱਚ ਛੱਤ ਦੇ ਉੱਪਰ ਸਾਨੂੰ AC ਲੱਗੇ ਹੋਏ ਮਿਲਦੇ ਹੈ ਜਿਨ੍ਹਾਂ ਦੀ ਗ੍ਰਿਲ ਹੈ ਜੋ ਉਹ ਸਾਨੂੰ ਇਕੱਲੀ ਬਾਹਰ ਦਿਖਾਈ ਦਿੰਦੀ ਹੈ। ਉਸ ਟਾਈਪ ਦੇ AC ਹੈ ਜੋ ਸੀਲਿੰਗ ਮਾਊਂਟਡ ਹੈ, ਜਿਨ੍ਹਾਂ ਨੂੰ ਅਸੀਂ ਕੈਸਟ AC ਵੀ ਕਹਿੰਦੇ ਹਾਂ। ਵਾਲ ਮਾਊਂਟਡ ਜੋ ਹੈ ਅਸੀਂ ਕੰਧ ਦੇ ਉੱਪਰ ਲਗਾਉਣੇ ਆ ਸਾਡਾ, ਅਤੇ ਫਲੋਰ ਮਾਊਂਟਡ ਹੈ ਜੋ ਜਿਨ੍ਹਾਂ ਦੀ ਮਾਊਂਟਿੰਗ ਫਰਸ਼ 'ਤੇ ਕੀਤੀ ਜਾਂਦੀ ਹੈ। ਇਹ ਸਪਲਿਟ AC ਸਾਡੇ ਅਲੱਗ-ਅਲੱਗ ਤਰ੍ਹਾਂ ਦੇ ਹੋ ਸਕਦੇ ਹੈ। ਹੁਣ ਅਸੀਂ ਅੱਜ ਦਾ ਸਾਡਾ ਜੋ ਮੇਨ ਟੌਪਿਕ ਸੀ ਉਹ ਅਸੀਂ ਸੈਂਟਰਲ 에ਅਰ ਕੰਡੀਸ਼ਨਿੰਗ ਦੇ ਰਿਗਾਰਡਿੰਗ ਗੱਲ ਕਰਨੀ ਸੀ। ਤਾਂ ਸੈਂਟਰਲ 에ਅਰ ਕੰਡੀਸ਼ਨਿੰਗ ਜੋ ਹੈ, ਸੈਂਟਰਲ 에ਅਰ ਕੰਡੀਸ਼ਨਿੰਗ ਅਸਲ ਦੇ ਵਿੱਚ ਹੁੰਦੀ ਕੀ ਹੈ। ਸੈਂਟਰਲ 에ਅਰ ਕੰਡੀਸ਼ਨਿੰਗ ਅਸੀਂ ਉਸ ਸਿਸਟਮ ਨੂੰ ਕਹਿੰਦੇ ਆ ਜਿਹਦੇ ਵਿੱਚ ਜਿਹੜੇ ਸਾਡੇ ਸਾਰੇ ਕੰਪੋਨੈਂਟ ਹੈ ਉਹਨੂੰ ਅਸੀਂ ਇੱਕ ਸੈਂਟਰਲ ਰੂਮ, ਸੈਂਟਰਲ ਦਾ ਮਤਲਬ ਇੱਕ ਕੇਂਦਰ ਬਣਾ ਲਿਆ ਅਸੀਂ। ਉਸ ਕੇਂਦਰ ਦੇ ਵਿੱਚ, ਉਸ ਜਗ੍ਹਾ ਦੇ ਵਿੱਚ ਅਸੀਂ ਸਾਰੇ ਪਾਰਟਸ ਨੂੰ ਇੱਕ ਜਗ੍ਹਾ 'ਤੇ
ਫਿੱਟ ਕਰਤਾ ਤੇ ਜੋ ਹਵਾ ਨੂੰ ਉਸ ਜਗ੍ਹਾ ਤੋਂ ਕੰਡੀਸ਼ਨਡ ਕਰਕੇ ਹਵਾ ਦੇ ਉਸ ਹਾਲਾਤ ਨੂੰ ਬਦਲ ਕੇ ਹਵਾ ਨੂੰ ਅਸੀਂ ਡਕਟ ਦੇ ਰਾਹੀਂ, ਡਕਟ ਇੱਕ ਇਹੋ ਜਿਹਾ ਰਸਤਾ ਹੈ ਜਿਹਦੇ ਰਾਹੀਂ ਹਵਾ ਨੂੰ ਮਤਲਬ ਕਿ ਡਿਸਟਰੀਬਿਊਟ ਕੀਤਾ ਜਾਂਦਾ ਹੈ ਵੱਖ-ਵੱਖ ਜਗ੍ਹਾ ਦੇ ਵਿੱਚ। ਜਾਂ ਮੈਂ ਜਿਵੇਂ ਹੁਣ ਇੱਥੇ ਹਵਾ ਦੀ ਗੱਲ ਕੀਤੀ ਹੈ, ਇਸੇ ਤਰ੍ਹਾਂ ਕੋਈ ਸਿਸਟਮ ਸੈਂਟਰਲ ਏਸੀ 'ਚ ਇਸ ਤਰ੍ਹਾਂ ਦਾ ਵੀ ਹੋ ਸਕਦਾ ਹੈ ਜਿਹਦੇ ਵਿੱਚ ਅਸੀਂ ਚਿਲਡ ਵਾਟਰ, ਠੰਡੇ ਪਾਣੀ ਨੂੰ ਜੋ ਹੈ ਵੱਖ-ਵੱਖ ਜਗ੍ਹਾ ਤੱਕ ਰੂਮਸ ਨੂੰ ਠੰਡਾ ਕਰਨ ਵਾਸਤੇ ਸਰਕੂਲੇਟ ਕਰਦੇ ਹਾਂ। ਇਹਦੀਆਂ ਜੋ ਸੈਂਟਰਲ ਏਸੀ ਦੀਆਂ ਐਪਲੀਕੇਸ਼ਨਸ ਹੈ, ਜੇ ਅਸੀਂ ਸੈਂਟਰਲ ਏਸੀ ਦੀ ਗੱਲ ਕਰੀਏ ਵੀ ਕਿੱਥੇ ਲੱਗਦਾ ਹੈ, ਸੈਂਟਰਲ ਏਸੀ ਇੱਕ ਸੈਂਟਰ ਦੇ ਵਿੱਚ ਸਾਰੇ ਕੰਪੋਨੈਂਟਸ ਅਸੀਂ ਲਗਾਉਂਦੇ ਆ। ਤਾਂ ਆਮ ਜੇ ਤੁਸੀਂ ਕਿਸੇ ਏਸੀ ਦੀ ਗੱਲ ਕਰੋ ਤਾਂ ਉਹਦੇ ਨਾਲੋਂ ਇਹਦੇ ਜੋ ਕੰਪੋਨੈਂਟਸ ਨੇ ਉਹ ਬਹੁਤ ਜ਼ਿਆਦਾ ਬਿਗਰ ਹੁੰਦੇ ਆ, ਕਿਉਂਕਿ ਇਹਦੇ ਵਿੱਚ ਸਾਨੂੰ ਹਾਈ ਕਪੈਸਿਟੀ ਦੀ ਜ਼ਰੂਰਤ ਹੁੰਦੀ ਹੈ। ਜਿਵੇਂ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਪੈਕੇਜ ਏਸੀ ਬਾਰੇ ਦੇਖਿਆ ਹੋਊਗਾ, ਪੈਕੇਜ ਏਸੀ ਜੋ ਸਾਡਾ ਹੈ ਉਹ 5 ਟਨਸ ਤੋਂ ਲੈ ਕੇ ਜੋ ਹੈ 20, 25, 30 ਟਨਸ ਤੱਕ ਅਸੀਂ ਯੂਜ਼ ਕਰ ਸਕਦੇ ਹਾਂ। ਪਰ ਜਦੋਂ ਸਾਨੂੰ ਉਸ ਤੋਂ ਵੀ ਜ਼ਿਆਦਾ ਹਾਇਰ ਕਪੈਸਿਟੀ ਦੀ ਜ਼ਰੂਰਤ ਪੈਂਦੀ ਹੈ ਏਅਰ ਕੰਡੀਸ਼ਨਿੰਗ ਵਾਸਤੇ, ਤਾਂ ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਨੂੰ ਪ੍ਰੈਫਰ ਕਰਦੇ ਹਾਂ। ਤਾਂ ਇਸ ਕਰਕੇ ਜੋ ਲਾਰਜ ਬਿਲਡਿੰਗਸ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਹਾਈ ਕੂਲਿੰਗ ਦੀ ਜ਼ਰੂਰਤ ਹੈ, ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਦੀ ਵਰਤੋਂ ਕਰਦੇ ਹਾਂ। ਉਦਾਹਰਣ ਦੇ ਤੌਰ 'ਤੇ ਅਸੀਂ ਜੋ ਲਾਰਜ ਬਿਲਡਿੰਗਸ ਆ ਉਹਦੇ ਵਿੱਚ ਲੈ ਸਕਦੇ ਹਾਂ ਕਿ ਸਾਡਾ ਕੋਈ ਸਿਨੇਮਾ ਹਾਲ ਹੈ, ਕੋਈ ਕਿਸੇ ਤਰ੍ਹਾਂ ਦਾ ਹੋਟਲ ਹੈ, ਹੌਸਪੀਟਲ ਹੈ, ਜਾਂ ਕੋਈ ਵੱਖ-ਵੱਖ ਤਰ੍ਹਾਂ ਦੀਆਂ ਸੁਪਰ ਮਾਰਕੀਟਸ ਨੇ, ਕੋਈ ਸਿਟੀਜ਼ ਦੇ ਵਿੱਚ ਮਾਲ ਹੈ, ਕੋਈ ਰੈਸਟੋਰੈਂਟਸ ਨੇ, ਜਾਂ ਕੋਈ ਹੋਰ ਮਲਟੀ ਸਟੋਰੀ ਬਿਲਡਿੰਗਸ ਨੇ ਜਿਨ੍ਹਾਂ ਦੀਆਂ ਅਸੀਂ ਏਅਰ ਕੰਡੀਸ਼ਨਿੰਗ ਕਰਨਾ ਚਾਹੁੰਦੇ ਹਾਂ। ਤਾਂ ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਦੀ ਵਰਤੋਂ ਬੈਨੀਫਿਸ਼ਰੀ ਤਰੀਕੇ ਦੇ ਨਾਲ ਕਰ ਸਕਦੇ ਹਾਂ। ਜਾਂ ਕੋਈ ਇਹੋ ਜਿਹੀ ਪਲੇਸ ਹੋ ਸਕਦੀ ਹੈ ਕਿ ਜਿੱਥੇ ਪਬਲਿਕ ਜੋ ਹੈ ਬਾਰ-ਬਾਰ ਵਿਜ਼ਿਟ ਕਰਦੀ ਹੈ, ਜਿਵੇਂ ਮੈਂ ਮਾਲਸ ਦੀ ਗੱਲ ਕੀਤੀ ਹੈ, ਜਾਂ ਇੰਡਸਟਰੀਅਲ ਪਰਪਸ ਦੇ ਤੌਰ 'ਤੇ ਜਿੱਥੇ EMPLOYEES ਕੰਮ ਕਰਦੇ ਨੇ ਵੱਖ-ਵੱਖ ਤਰ੍ਹਾਂ ਦੀਆਂ ਇੰਡਸਟਰੀ ਰਿਕੁਆਇਰਮੈਂਟ ਲਈ, ਉੱਥੋਂ ਦੇ ਪ੍ਰੋਸੈਸਿਸ ਲਈ ਸਾਨੂੰ ਜੋ ਹੈ ਕੂਲਿੰਗ ਦੀ ਜ਼ਰੂਰਤ ਹੈ, ਉੱਥੇ ਅਸੀਂ ਸੈਂਟਰਲ ਏਅਰ ਕੰਡੀਸ਼ਨਿੰਗ ਸਿਸਟਮ ਦੀ ਜੋ ਹੈ ਵਰਤੋਂ ਕਰ ਸਕਦੇ ਹਾਂ। ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ ਜੇ ਅਸੀਂ ਕਿਸਮਾਂ ਦੀ ਗੱਲ ਕਰੀਏ ਤਾਂ ਵੀ ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹੋ ਸਕਦੀਆਂ ਨੇ। ਬੇਸਿਕਲੀ ਅਸੀਂ ਇੱਥੇ ਸੈਂਟਰਲ ਏਅਰ ਕੰਡੀਸ਼ਨਿੰਗ ਦੀਆਂ 3 ਕਿਸਮਾਂ ਦੇ ਬਾਰੇ ਗੱਲ ਕਰਾਂਗੇ। ਪਹਿਲੀ ਸਾਡੀ ਜੋ ਕਿਸਮ ਹੈ ਉਹ ਹੈ VRF ਸਿਸਟਮ। VRF ਸਿਸਟਮ ਸਾਡਾ ਕੀ ਹੁੰਦਾ ਹੈ? ਵੇਰੀਏਬਲ ਰੈਫਰੀਜਰੈਂਟ ਫਲੋ, ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਜ਼ੋਨਸ ਦੇ ਵਿੱਚ ਜੋ ਹੈ ਟੈਂਪਰੇਚਰ ਦਾ ਕੰਟਰੋਲ ਕਰਦੇ ਹਾਂ। DX ਸਿਸਟਮ ਜਿਹੜਾ ਹੈਗਾ, ਜਿਹਨੂੰ ਅਸੀਂ ਡਾਇਰੈਕਟ ਐਕਸਪੈਂਸ਼ਨ ਸਿਸਟਮ ਕਹਿੰਦੇ ਆ। ਜਿਵੇਂ ਤੁਸੀਂ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਪੜ੍ਹਿਆ, ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੇ ਸਿਧਾਂਤ ਦੇ ਅਨੁਸਾਰ ਜਿੱਥੇ ਅਸੀਂ ਕੂਲਿੰਗ ਪੈਦਾ ਕਰਦੇ ਹਾਂ ਉਹ ਸਾਡਾ DX ਸਿਸਟਮ ਹੈ। ਜਾਂ ਸਾਡਾ ਚਿਲਡ ਵਾਟਰ ਸਿਸਟਮ ਹੋ ਸਕਦਾ ਹੈ, ਜਿਹਦੇ ਵਿੱਚ ਅਸੀਂ ਠੰਡੇ ਪਾਣੀ ਦੇ ਦੁਆਰਾ ਵੱਖ-ਵੱਖ ਰੂਮਸ ਨੂੰ ਠੰਡਾ ਕਰਨ ਦੇ ਲਈ ਜੋ ਹੈ ਸੈਂਟਰਲ ਏਸੀ ਦੀ ਵਰਤੋਂ ਕਰਦੇ ਹਾਂ। ਤਾਂ ਇਸ ਹਿਸਾਬ ਨਾਲ ਅਸੀਂ ਇੱਥੇ 3 ਜੋ ਹੈ ਸਾਡੇ ਕਿਸਮਾਂ ਦੀ ਗੱਲ ਕੀਤੀ ਹੈ। ਫਿਰ ਅੱਗੇ ਹੈ ਜੋ ਸਾਡਾ DX ਸਿਸਟਮ ਹੈ ਜਾਂ ਚਿਲਡ ਵਾਟਰ ਸਿਸਟਮ ਹੈ, ਉਹਨੂੰ ਚਲਾਉਣ ਦੇ ਲਈ ਅਸੀਂ ਵੱਖ-ਵੱਖ ਪ੍ਰਿੰਸੀਪਲਸ ਦੀ ਵਰਤੋਂ ਕਰ ਸਕਦੇ ਹਾਂ। ਜਿਵੇਂ ਮੈਂ ਇੱਥੇ ਵੇਪਰ ਕੰਪਰੈਸ਼ਨ ਰੈਫਰੀਜਰੇਸ਼ਨ ਸਿਸਟਮ ਦੀ ਗੱਲ ਕੀਤੀ ਹੈ, ਇਸੇ ਪ੍ਰਕਾਰ ਤੁਸੀਂ ਵੇਪਰ ਅਬਜ਼ੌਰਪਸ਼ਨ ਰੈਫਰੀਜਰੇਸ਼ਨ ਸਿਸਟਮ ਦੀ ਵੀ ਵਰਤੋਂ ਕਰ ਸਕਦੇ ਹੋ। ਸੈਂਟਰਲ ਏਅਰ ਕੰਡੀਸ਼ਨਿੰਗ ਸਿਸਟਮ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਵੀ ਕੀ ਕਰਦਾ ਹੈ, ਉਹ ਇਕੱਲਾ ਕੂਲਿੰਗ ਦਾ ਕੰਮ ਨਹੀਂ ਕਰਦਾ, ਜਿਹਦੇ ਦੁਆਰਾ ਅਸੀਂ ਕੂਲਿੰਗ, ਹੀਟਿੰਗ, ਹਿਊਮਿਡੀਫਿਕੇਸ਼ਨ ਜਾਂ ਡੀਹਿਊਮਿਡੀਫਿਕੇਸ਼ਨ, ਮੋਇਸਚਰ ਨੂੰ ਐਡ ਕਰਨਾ ਜਾਂ ਮੋਇਸਚਰ ਨੂੰ ਰਿਮੂਵ ਕਰਨਾ, ਵੱਖ-ਵੱਖ ਪ੍ਰਕਾਰ ਦੀਆਂ ਜੋ ਕਿਰਿਆਵਾਂ ਹੈ ਉਹ ਕਰ ਸਕਦੇ ਹਾਂ। ਤਾਂ ਅਸੀਂ ਅਲੱਗ-ਅਲੱਗ ਸਿਸਟਮ ਦੇ ਰਾਹੀਂ ਹੀਟਿੰਗ ਲੈਣ ਵਾਸਤੇ ਵੀ ਵੱਖ-ਵੱਖ ਤਰ੍ਹਾਂ ਦੇ ਜੋ ਸਿਸਟਮ ਹੈ ਸਾਡੇ ਉਹ ਯੂਜ਼ ਕਰ ਸਕਦੇ ਹਾਂ। ਫਰਨਸ ਦੀ ਹੈਲਪ ਦੇ ਨਾਲ ਹੀਟਿੰਗ ਪ੍ਰੋਡਿਊਸ ਕੀਤੀ ਜਾ ਸਕਦੀ ਹੈ, ਕੋਲ ਫਾਇਰਡ ਹੋ ਸਕਦੀਆਂ, ਆਇਲ ਫਾਇਰਡ ਹੋ ਸਕਦੀਆਂ, ਗੈਸ ਫਾਇਰਡ ਫਰਨਸ ਯੂਜ਼ ਕਰ ਸਕਦੇ ਹਾਂ, ਜਾਂ ਇਲੈਕਟ੍ਰਿਕ ਹੀਟਰ ਦੀ ਮਦਦ ਦੇ ਨਾਲ ਅਸੀਂ ਜੋ ਹੈ ਹੀਟਿੰਗ ਕਰ ਸਕਦੇ ਹਾਂ। ਜੇ ਅਸੀਂ ਸੈਂਟਰਲ ਏਸੀ ਦੇ ਕੰਪੋਨੈਂਟਸ ਦੀ ਗੱਲ ਕਰੀਏ, ਕੰਪੋਨੈਂਟਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਏਅਰ ਹੈਂਡਲਿੰਗ ਯੂਨਿਟ। ਏਅਰ ਹੈਂਡਲਿੰਗ ਯੂਨਿਟ ਹੁੰਦਾ ਸਾਡਾ ਜੋ ਸਾਡੀ ਹਵਾ ਨੂੰ ਹੈਂਡਲ ਕਰਦਾ, ਜਿਹਦੇ ਵਿੱਚ ਅਸੀਂ ਹਵਾ ਦੀ ਗੁਣਾਂ ਨੂੰ ਚੇਂਜ ਕਰਕੇ ਫਰਦਰ ਸਾਰੇ ਸਿਸਟਮ ਦੇ ਵਿੱਚ ਡਿਸਟਰੀਬਿਊਟ ਕਰਦੇ ਹਾਂ। ਅੱਗੇ ਅਸੀਂ ਪੜ੍ਹਿਆ ਵੀ ਉਹ ਜੋ ਹਵਾ ਦੀ ਡਿਸਟਰੀਬਿਊਸ਼ਨ ਆ ਉਹ ਅਸੀਂ ਡਕਟ ਦੇ ਰਾਹੀਂ ਕਰਦੇ ਹਾਂ। ਕੰਡੀਸ਼ਨਡ ਸਪੇਸ ਤੱਕ ਜਿਨ੍ਹਾਂ ਰਾਹੀਂ ਅਸੀਂ ਸਪਲਾਈ ਕਰਦੇ ਹਾਂ ਉਹ ਸਪਲਾਈ ਡਕਟਸ ਹੋ ਗਈਆਂ ਸਾਡੀਆਂ। ਫਿਰ ਉਸੇ ਰੂਮ ਤੋਂ ਦੁਬਾਰਾ AHU ਤੱਕ ਉਸ ਹਵਾ ਨੂੰ ਅਸੀਂ ਵਾਪਸ ਲੈ ਕੇ ਆਉਣੇ ਆ, ਤਾਂ ਉਹ ਸਾਡੀਆਂ ਰਿਟਰਨ ਡਕਟਸ ਨੇ। ਡਿਫਿਊਜ਼ਰ ਜਾਂ ਰਜਿਸਟਰ ਜਿਹੜੀਆਂ ਸਾਡੀਆਂ ਉਸ ਰੂਮ ਦੇ ਵਿੱਚ ਓਪਨਿੰਗਸ ਨੇ, ਜਿਨ੍ਹਾਂ ਦੇ ਰਾਹੀਂ ਉਸ ਹਵਾ ਨੂੰ ਸਪਲਾਈ ਡਕਟ ਦੇ ਥਰੂ
रूम ਦੇ ਵਿੱਚ ਭੇਜਿਆ ਜਾਂਦਾ ਹੈ ਉਹ ਸਾਡੇ ਡਿਫਿਊਜ਼ਰ ਹੈ। वेपर कंप्रैशन रेफ्रिजरेशन सिस्टम के सिद्धांत पर काम करता है तो उस कंप्रैसर कंडेंसर एक्सपेंशन वाल्व एवैपोरेटर ये जो वो मेन कंपोनेंट्स ने वो होणगे। कंट्रोल डिवाइसिस के तौर पर साढ़े को ਵੱਖ-ਵੱਖ तरह के ये कंट्रोल डिवाइसिस होंगे ने जिहदे विच असीं ਵੱਖ-ਵੱਖ रूम्स का टंपरेचर कंट्रोल करना है तो ਵੱਖ-ਵੱਖ रूम के थर्मोस्टैट हो सकते हैं। कॉमन जो पूरे सेंट्रल AC का थर्मोस्टैट कंट्रोल स्विचेस हो सकती हैं, प्रैशर कंट्रोल टंपरेचर कंट्रोल अलग अलग तरह के जो कंट्रोल है साडे सेंट्रल AC सिस्टम के विच मौजूद होंगे है। इस दे विच तुसीं एक सेंट्रल AC का लेआउट देख रहे हो। जिवें असीं पहलां गल कीती भी सेंट्रल AC जो सिस्टम है उहनूं असीं एक सेंटर रूम दे विच लगाउणे आ। जिवें तुसीं देख पा रहे हो इस फिगर दे विच इस तस्वीर दे विच सेंट्रल AC इस जगह के उपर असीं लगाया होया सारा। उस तो बाद इस बिल्डिंग दे विच डक्ट की हैल्प दे नाल जो है उस ठंडी हवा नूं असीं अलग अलग जगह ते भेजते हैं। जिवें हुण तुसीं इत्थे देख पा रहे हो ये साडा रजिस्टर है, ओपनिंग्स आ गई डक्ट दे विचों जिहदे द्वारा जो हवा है ਉਹ रूम ਦੇ ਵਿੱਚ भेजी जा रही है। जिवें तुसीं इत्थे देख पा रहे हो थर्मोस्टैट शो किया होया असीं थर्मोस्टैट उस रूम का टंपरेचर कंट्रोल करके उहदे अकॉर्डिंगली असीं हवा का फ्लो या हवा का टंपरेचर जो है वो कंट्रोल कर सकते हैं। मेन ये जो असी एयर हैंडलिंग यूनिट की इस गल करांगे जिवें असी पिछे गल की भी एयर हैंडलिंग यूनिट जो है वो हवा नूं सक करदा है, खिंचदा है हवा नूं रूम्स के उपरों रिटर्न डक्ट के द्वारा तो उसनूं एयर फिल्टर दे विचों पास करके फिर दोबारा कोइल्स के उपर दी पास होने तो बाद फिर दोबारा रूम दे विच भेजा जाता है। जिवें हुण तुसीं इस इमेजेस दे विच देख पा रहे हो रिटर्न जो इत्थे साडा कंडीशनड स्पेस है इस कंडीशन स्पेस तो हवा जो है बलोअर दे राही मिक्सिंग चैंबर दे विच पहुँचती है। ਇਹਦੇ ਵਿੱਚ ਸਾਡੀ ਰੇਸ਼ੋ ਅਸੀਂ ਸਾਡੀ ਰਿਕੁਆਇਰਮੈਂਟ ਦੇ ਅਕੋਰਡਿੰਗ ਹੁੰਦਾ ਕਿ ਸਾਨੂੰ ਕਿੰਨੀ ਫਰੈਸ਼ ਏਅਰ ਚਾਹੀਦੀ ਹੈ ਜਾਂ ਕਿੰਨੀ ਅਸੀਂ ਰਿਟਰਨ ਏਅਰ ਯੂਜ਼ ਕਰ ਸਕਦੇ ਹਾਂ ਤਾਂ ਉਹਦੇ ਅਕੋਰਡਿੰਗਲੀ ਅਸੀਂ ਡੈਂਪਰਸ ਦੇ ਰਾਹੀਂ ਇਹਨਾਂ ਦਾ ਕੰਟਰੋਲ ਕਰਕੇ ਉਹਦੀ ਪ੍ਰੋਪੋਰਸ਼ਨਸ ਨੂੰ ਕੰਟਰੋਲ ਕਰ ਸਕਦੇ ਹਾਂ। ਇੱਕ ਸਾਈਡ ਤੋਂ ਆਊਟਸਾਈਡ ਏਅਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ, ਦੂਸਰੀ ਸਾਈਡ ਤੋਂ ਸਾਡੀ ਜੋ ਹੈ ਰਿਟਰਨ ਏਅਰ ਆ ਰਹੀ ਹੈ। ਉਹ ਰਿਟਰਨ ਏਅਰ ਹੈ ਜੋ ਵੱਖ-ਵੱਖ ਕੰਪੋਨੈਂਟਸ ਦੇ ਰਾਹੀਂ ਜਿਹਦੇ ਵਿੱਚ ਪ੍ਰੀ ਫਿਲਟਰ ਕੂਲਿੰਗ ਕੋਇਲ ਹੀਟਿੰਗ ਕੋਇਲ ਬਲੋਅਰ ਉਹਦੇ ਥਰੂ ਅਸੀਂ ਮਤਲਬ ਕਿ ਹਵਾ ਨੂੰ ਫਰਦਰ ਅੱਗੇ ਡਕਟ ਦੇ ਵਿੱਚ ਭੇਜਦੇ ਹਾਂ। ਸੈਂਟਰਲ AC ਸਿਸਟਮ ਦੀ ਜੇ ਅਸੀਂ ਹੋਰ ਅੱਗੇ ਫਰਦਰ ਗੱਲ ਕਰੀਏ ਤਾਂ ਉਹਦੇ 'ਚ CAV 에ਅਰ ਹੈਂਡਲਿੰਗ ਯੂਨਿਟ VAV 에ਅਰ ਹੈਂਡਲਿੰਗ ਯੂਨਿਟ ਜਾਂ ਫੈਨ ਕੋਇਲ ਯੂਨਿਟ ਦੇ ਸਿਸਟਮ ਵੀ ਆ ਸਕਦੇ ਹੈ। CAV ਯੂਨਿਟ ਦਾ ਮਤਲਬ ਕੀ ਹੈ, ਇਹਨੂੰ ਅਸੀਂ ਕੌਂਸਟੈਂਟ एयर बोलते हैं। कॉन्सटेंट एयर वॉल्यूम मतलब कि जो हवा की क्वांटिटी है वो असी कॉन्सटेंट रखते हैं तो हवा के तापमान नूं कंट्रोल किया जाता है। हवा का तापमान कंट्रोल करके हवा की मात्रा नूं नहीं असी चेंज करते, हवा की मात्रा उन्नी रख के कॉन्सटेंट रख के उन्होंने असी कंडीशनड स्पेस दे विच भेजते हैं। इनू प्राप्त करने वास्ते असी वक्-वक् तरीके बाईपास मैथड रीहीट मैथड इस तरह के तरीके असी इहदे च यूज़ करते हैं। VAV सिस्टम जो है साडा वेरीएबल एयर वॉल्यूम, वेरीएबल का मतलब है भी वॉल्यूम हवा का चेंज हो सकता है, हवा के फ्लो नूं असी चेंज करते हैं इहदे च, पर तापमान दे विच जो तब्दीली नहीं करते, कॉन्सटेंट रखा जाता टंपरेचर तो हवा के वॉल्यूम नूं चेंज किया जा सकता है। इस तरह सेंट्रल AC जो है साडा फैन कोयल यूनिट सिस्टम हो सकता है। जिवें असी पहलां गल कीती भी पानी दे नाल ठंडे पानी दे नाल असी जगह नूं ठंडा करने वास्ते यूज़ कर सकते हैं तो उत्थे असी फैन कोयल यूनिट्स की वरतों करते हैं। चिलर सिस्टम दे विच सेंट्रल एयर कंडीशनर की असी हुण अगे पूरी फरदर समरी करिए जां समरी दे विच तुसीं देख पा रहे हो कि इहदा सब तो पहला फायदा की है कि इहनूं असी फील्ड दे विच असैंबल करते हैं। फील्ड दे विच इहदी असैंबली की जाती, जिवें पैकेज AC तुसीं पढ़िया पैकेज AC फैक्ट्री दे विच असैंबल करके असी जिहड़ी जगह लगाउणा हुंदा उत्थे सिंपल उहनूं फिट कर दिंदे आ। पर जो सेंट्रल AC है इहदी सानूं प्रॉपर डिजाइनिंग करके एक बेसमेंट दे विच भी हो सकता है, किसी वक्रे रूम दे विच असी सारे सेंटर नूं सारे सिस्टम नूं एस्टैबलिश करते हैं। ਇਹਦੀ ਵਰਤੋਂ ਜਿਹੜੀ ਲਾਰਜ ਬਿਲਡਿੰਗਸ ਦੇ ਵਿੱਚ ਹੁੰਦੀ ਹੈਗੀ। ਤੀਸਰਾ ਤੁਸੀਂ ਦੇਖ ਪਾ ਰਹੇ ਹੋ ਮਲਟੀਪਲ ਟੈਂਪਰੇਚਰ ਜ਼ੋਨ ਅਸੀਂ ਇਹਦੇ ਨਾਲ ਅਚੀਵ ਕਰ ਸਕਦੇ ਹਾਂ। ਮੰਨ ਲਓ ਸਾਨੂੰ ਇੱਕ ਕਮਰੇ ਦੇ ਵਿੱਚ ਵੱਖਰਾ ਤਾਪਮਾਨ ਚਾਹੀਦਾ, ਦੂਸਰੇ ਦੇ ਵਿੱਚ ਵੱਖਰਾ ਚਾਹੀਦਾ, ਤਾਂ ਉਸ ਤਰ੍ਹਾਂ ਵੱਖ-ਵੱਖ ਸਪੇਸ ਦਾ ਤਾਪਮਾਨ ਵੱਖ-ਵੱਖ ਕੰਟਰੋਲ ਕਰਨ ਵਾਸਤੇ ਸੈਂਟਰਲ AC ਦੀ ਵਰਤੋਂ ਹੋ ਸਕਦੀ ਹੈ।
ਫੁੱਲੀ ਕੰਟਰੋਲ ਹੈ ਸਾਡਾ ਇਹਦੇ 'ਚ ਟੈਂਪਰੇਚਰ ਦੇ ਉੱਪਰ ਜਾਂ ਵੱਖ-ਵੱਖ ਕਿਰਿਆਵਾਂ, ਕੋਈ ਜਿਵੇਂ ਅਸੀਂ ਹਿਊਮਿਡਿਟੀ ਦੀ ਗੱਲ ਕੀਤੀ ਹੈ, ਹਵਾ ਦੀ ਕੁਆਲਿਟੀ ਦੀ ਗੱਲ ਕੀਤੀ ਹੈ, ਹਵਾ ਦੀ ਕੁਆਂਟਿਟੀ ਦੀ ਗੱਲ ਕੀਤੀ ਹੈ, ਤਾਂ ਉਹਨਾਂ ਉੱਪਰ ਇਹਦੇ 'ਚ ਫੁੱਲੀ ਕੰਟਰੋਲ ਹੁੰਦਾ। ਵੱਖ-ਵੱਖ ਤਰ੍ਹਾਂ ਦੇ ਫਿਲਟਰ, ਪ੍ਰੀ ਫਿਲਟਰ, ਫਾਈਨ ਫਿਲਟਰ ਯੂਜ਼ ਕੀਤੇ ਜਾਂਦੇ ਆ, ਤਾਂ ਇਸ ਕਰਕੇ ਇਹਦੇ 'ਚ ਜੋ ਹਵਾ ਦੀ ਫਿਲਟਰੇਸ਼ਨ ਹੈ ਉਹ ਬਹੁਤ ਵਧੀਆ ਹੁੰਦੀ ਹੈ, ਐਕਸੀਲੈਂਟ ਏਅਰ ਫਿਲਟਰੇਸ਼ਨ ਹੁੰਦੀ ਹੈ, ਜੋ ਕਿ ਸਾਡੇ ਇੰਡਸਟਰੀਅਲ ਪਰਪਸਿਸ ਲਈ ਬਹੁਤ ਜ਼ਰੂਰੀ ਹੈ। ਇੰਡੀਵਿਜੂਅਲ ਕੰਟਰੋਲ ਹੋ ਸਕਦਾ ਹੈ, ਉਹ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਵੱਖ-ਵੱਖ ਰੂਮ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦਾ ਕੰਟਰੋਲ ਕਰ ਸਕਦੇ ਹਾਂ, ਪਰ ਉਹਦੇ ਨਾਲ ਸਾਡਾ ਸਿਸਟਮ ਚੱਲਦਾ ਰਹਿੰਦਾ ਹੈ ਸਾਰਾ, ਤਾਂ ਸਾਨੂੰ ਜਿਹੜੀ ਰਿਕੁਆਇਰਮੈਂਟ ਆ ਉਹਦੇ ਅਕੋਰਡਿੰਗਲੀ ਅਸੀਂ ਉਹਦਾ ਕੰਟਰੋਲ ਕਰ ਸਕਦੇ ਹਾਂ। ਇਹਦੇ ਵਿੱਚ ਜੋ ਸਾਡੇ ਫੈਨਸ ਹੁੰਦੇ ਆ ਉਹਨਾਂ ਦੀ ਐਫੀਸ਼ੀਐਂਸੀ ਹਾਈ ਹੁੰਦੀ ਹੈ। ਸੈਂਟਰਲ ਏਸੀ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਹੈ ਉਹ ਵੀ ਜ਼ਿਆਦਾ ਹੈ। ਅਪਰੋਕਸੀਮੇਟ ਅਸੀਂ ਕਹਿ ਸਕਦੇ ਹਾਂ ਵੀ 20 ਤੋਂ 25 ਸਾਲ ਸਾਡੇ ਸੈਂਟਰਲ ਏਸੀ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਅਸੀਂ ਜਿਹੜੀ ਹੈ ਮੰਨ ਸਕਦੇ ਹਾਂ। ਇਹਦੇ ਵਿੱਚ ਸਾਨੂੰ ਇਹ ਹੈ ਵੀ ਇਸ ਨੂੰ ਫਿੱਟ ਕਰਨ ਵਾਸਤੇ ਸਾਨੂੰ ਇੱਕ ਵੱਖਰਾ ਰੂਮ ਚਾਹੀਦਾ ਹੈ, ਜਿਹਨੂੰ ਅਸੀਂ ਇੱਕ ਮਕੈਨੀਕਲ ਰੂਮ ਕਹਿ ਸਕਦੇ ਹਾਂ, ਕਿਉਂਕਿ ਸਾਰੇ ਮਸ਼ੀਨਸ ਦੇ ਜੋ ਪਾਰਟ ਆ ਸਾਡੇ ਉਹਦੇ ਵਿੱਚ ਫਿੱਟ ਕੀਤੇ ਜਾਂਦੇ ਆ। ਇਹਦੇ ਵਾਸਤੇ ਸਾਡੀ ਡਕਟ ਦੀ ਫਿਟਿੰਗ ਵਾਸਤੇ ਸਾਨੂੰ ਪਲੈਨਮਸ ਦੀ ਜ਼ਰੂਰਤ ਹੈ। ਪਲੈਨਮ ਕੀ ਹੁੰਦਾ ਹੈ ਵੀ ਜਿਵੇਂ ਸਾਡੀ ਇੱਕ ਤਾਂ ਸਟਰਕਚਰਲ ਸੀਲਿੰਗ ਹੈ, ਮਤਲਬ ਕਿ ਸਾਡੀ ਜੋ ਮੇਨ ਛੱਤ ਹੈ, ਇੱਕ ਛੱਤ ਤੋਂ ਥੱਲੇ ਅਸੀਂ ਜੋ ਫਾਲਸ ਸੀਲਿੰਗ ਕਹਿ ਦਿੰਦੇ ਆ, ਉਸ ਛੱਤ ਤੇ ਫਾਲਸ ਸੀਲਿੰਗ ਦੇ ਵਿਚਾਲੇ ਜੋ ਸਾਡਾ ਗੈਪ ਰਹਿ ਜਾਂਦਾ ਹੈ ਉਹਨੂੰ ਅਸੀਂ ਪਲੈਨਮ ਕਹਿੰਦੇ ਆ। ਉਸ ਪਲੈਨਮ ਦੇ ਵਿੱਚ ਡਕਟ ਦੀ ਫਿਰ ਜੋ ਹੈ ਇੰਸਟਾਲੇਸ਼ਨ ਅਸੀਂ ਕਰਦੇ ਆ, ਤਾਂ ਉਹ ਪਲੈਨਮ ਦੀ ਜ਼ਰੂਰਤ ਹੁੰਦੀ ਹੈ ਡਕਟ ਦੀ ਇੰਸਟਾਲੇਸ਼ਨ ਕਰਨ ਵਾਸਤੇ। ਇਸ ਤਰ੍ਹਾਂ ਦੀ ਮਸ਼ੀਨ ਦੇ ਵਿੱਚ ਸੈਂਟਰਲ ਏਸੀ ਦੇ ਵਿੱਚ ਸਾਡਾ ਜੋ ਨੋਇਸ ਲੈਵਲ ਹੈ ਉਹ ਵੀ ਸਾਡਾ ਘੱਟ ਹੁੰਦਾ, ਕਿਉਂਕਿ ਅਸੀਂ ਇਹਨੂੰ ਇੱਕ ਵੱਖਰੀ ਜਗ੍ਹਾ ਦੇ ਉੱਪਰ ਇੰਸਟਾਲ ਕਰਕੇ ਸਿਰਫ ਠੰਡੀ ਹਵਾ ਨੂੰ ਸਾਡੇ ਰੂਮ ਦੇ ਵਿੱਚ ਸਰਕੂਲੇਟ ਕਰਦੇ ਹਾਂ। ਤਾਂ ਜੋ ਕਿ ਸਾਡਾ ਸੈਂਟਰਲ ਏਸੀ ਆਮ ਤੌਰ 'ਤੇ ਅਸੀਂ ਬੇਸਮੈਂਟ ਦੇ ਵਿੱਚ ਜਾਂ RTU ਹੈ ਤਾਂ ਉਹਨੂੰ ਅਸੀਂ ਰੂਫ ਟਾਪ ਯੂਨਿਟ ਜੋ ਹੈ ਸਾਡਾ ਉਹਦੇ ਉੱਪਰ ਫਿੱਟ ਕਰਦੇ ਹਾਂ। ਇਹਦੀ ਜਿਹੜੀ ਕੰਸਟਰਕਸ਼ਨ ਅਤੇ ਡਿਜ਼ਾਈਨ ਹੈ, ਜਿਵੇਂ ਅਸੀਂ ਗੱਲ ਕੀਤੀ ਹੈ ਵੀ ਉਹਦੇ ਵਾਸਤੇ ਫੀਲਡ ਅਸੈਂਬਲੀ ਦੀ ਜ਼ਰੂਰਤ ਹੈ, ਤਾਂ ਉਹਨੂੰ ਕਰਨ ਲਈ ਸਾਨੂੰ ਜੋ ਹੈ ਕੰਸਟਰਕਸ਼ਨ ਵਾਸਤੇ ਜਾਂ ਡਿਜ਼ਾਈਨ ਵਾਸਤੇ ਕਾਫੀ ਲੰਮਾ ਸਮਾਂ ਸਾਡਾ ਇਹਦੇ 'ਚ ਲੱਗਦਾ ਹੈ। ਉਹਨੂੰ ਸਾਨੂੰ ਪ੍ਰੋਪਰ ਮੈਨੇਜ ਕਰਨਾ ਪੈਂਦਾ ਕਿ ਬਿਲਡਿੰਗਸ ਦੇ ਵਿੱਚ ਅਸੀਂ ਕਿੱਦਾਂ ਜਿਹੜੀ ਡਕਟ ਦੀ ਇੰਸਟਾਲੇਸ਼ਨ ਕਰਨੀ ਹੈ, ਕਿੱਥੇ ਅਸੀਂ ਸਿਸਟਮ ਨੂੰ ਇੰਸਟਾਲ ਕਰਨਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇਹਦੇ 'ਚ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ, ਤਾਂ ਉਹਦੇ ਵਾਸਤੇ ਸਾਨੂੰ ਲੰਬਾ ਸਮਾਂ ਇਹਦੇ ਵਿੱਚ ਲੱਗਦਾ ਹੈ। ਅੱਜ ਦੀ ਇਸ ਵੀਡੀਓ 'ਚ ਅਸੀਂ ਇਸ ਸਿਸਟਮ ਦੇ ਰਿਗਾਰਡਿੰਗ ਸੈਂਟਰਲ ਏਅਰ ਕੰਡੀਸ਼ਨਿੰਗ ਦੇ ਰਿਗਾਰਡਿੰਗ ਗੱਲ ਕੀਤੀ। ਮੈਂ ਨੈਕਸਟ ਵੀਡੀਓ ਦੇ ਵਿੱਚ ਜੋ ਸਾਡਾ ਅਸੀਂ ਇਹਦੇ 'ਚ ਪੜ੍ਹਿਆ DX ਸਿਸਟਮ ਐਂਡ ਵਾਟਰ ਚਿਲਰ ਸਿਸਟਮ, DX ਸਿਸਟਮ ਦੀ ਪੂਰੀ ਫੁੱਲੀ ਐਕਸਪਲੇਨੇਸ਼ਨ, ਉਹਦੀ ਵਰਕਿੰਗ ਅਤੇ ਕੰਸਟਰਕਸ਼ਨ ਦੇ ਰਿਗਾਰਡਿੰਗ ਅਸੀਂ ਗੱਲ ਕਰਾਂਗੇ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ